ਹੈਲੋ ਸਾਰਿਆਂ ਦਾ ਸਾਡੇ ਅਤੇ ਕੰਪਿਊਟਰ ਗ੍ਰਾਫਿਕਸ ਤੇ ਇੰਜੀਨੀਅਰਿੰਗ ਡਰਾਇੰਗ ਆਨਲਾਈਨ ਸਰਟੀਫਿਕੇਸ਼ਨ ਕੋਰਸ ਵਿੱਚ ਸਵਾਗਤ ਹੈ। ਅਸੀਂ ਲੈਕਚਰ ਨੰਬਰ 47 ਤੇ ਹਾਂ। ਸੈਕਸ਼ਨ ਅਤੇ ਸੈਕਸ਼ਨਲ ਵਿਊਜ਼ ਬਾਰੇ ਸਿੱਖ ਰਹੇ ਹਾਂ। ਪਿਛਲੀ ਕਲਾਸ ਵਿੱਚ ਅਸੀਂ ਪੂਰੇ ਸੈਕਸ਼ਨ ਨੂੰ ਕਵਰ ਕੀਤਾ ਹੈ। ਹਾਫ ਸੈਕਸ਼ਨ ਅਤੇ ਆਫਸੈਟ ਸੈਕਸ਼ਨ ਅਤੇ ਘੁੰਮਦੇ ਸੈਕਸ਼ਨ ਵੀ। ਅੱਜ ਦੀ ਕਲਾਸ ਵਿੱਚ ਅਸੀਂ ਸਿੱਖਾਂਗੇ ਕਿ ਰਿਬ ਅਤੇ ਵੈਬ ਸੈਕਸ਼ਨਾਂ ਨੂੰ ਕਿਵੇਂ ਪ੍ਰਸਤੁਤ ਕਰਨਾ ਹੈ। ਜੇਕਰ ਇਕਸਾਰ ਸੈਕਸ਼ਨ ਹਨ, ਜੇ ਕੋਈ ਛੋਟੀ ਜਿਹੀ ਸਮੱਗਰੀ ਹੈ ਤਾਂ ਟੁੱਟੇ ਹੋਏ ਸੈਕਸ਼ਨ ਦੁਆਰਾ ਹਟਾ ਦਿੱਤੀ ਜਾਂਦੀ ਹੈ, ਅਤੇ ਕਿੰਨੇ ਟਿਪੀਕਲ ਮਸ਼ੀਨ ਐਲੀਮੈਂਟ ਇਸ ਸੈਕਸ਼ਨਲ ਵਿਊ ਵਿੱਚ ਦਰਸਾਇਆ ਗਿਆ ਹੈ। ਪਹਿਲੀ ਗੱਲ, ਆਓ ਅਸੀਂ ਰਿਬ ਅਤੇ ਵੈਬ ਸੈਕਸ਼ਨ ਨੂੰ ਵੇਖੀਏ। ਆਮ ਤੌਰ ਤੇ ਇਹ ਰਿਬ ਵੈਬ ਫਲੈਂਜਸ ਕਾਈਂਡ ਦੇ ਸੈਕਸ਼ਨ ਸਪੋਰਟ ਕਰਨ ਲਈ ਮਹੱਤਵਪੂਰਨ ਸਮੱਗਰੀ ਹਨ, ਜਿਵੇਂ ਕਿ ਜੇ ਸਾਡੇ ਕੋਲ ਇੱਕ ਰੇਲਵੇ ਟਰੈਕ ਇੱਥੇ ਇੱਕ ਹੈ। ਟਰੈਕ ਵਿੱਚ ਅੱਖਾਂ ਦੇ ਸੈਕਸ਼ਨ ਵਰਗਾ ਇੱਕ ਵਿਸ਼ੇਸ਼ ਸੈਕਸ਼ਨ ਹੁੰਦਾ ਹੈ। ਇਸ ਕਾਈਂਡ ਦੇ ਸੈਕਸ਼ਨ ਆਮ ਤੌਰ ਤੇ ਲੋਡ ਨੂੰ ਸਪੋਰਟ ਕਰਦੇ ਹਨ। ਇਸ ਲਈ ਰਿਬਜ਼ ਵੈਬਜ਼ ਇਹ ਵਾਧੂ ਮਸ਼ੀਨ ਐਲੀਮੈਂਟ ਹਨ ਜੋ ਅਸੀਂ ਲੋਡ ਨੂੰ ਸਪੋਰਟ ਦੇਣ ਲਈ ਵਰਤਦੇ ਹਾਂ। ਕੈਂਟੀਲੀਵਰ ਕਾਈਂਡ ਕੋਈ ਚੀਜ਼ ਮੰਨ ਲਓ ਕਿ ਅਸੀਂ ਅਸਲ ਵਿੱਚ ਅਜਿਹਾ ਕਰਨਾ ਚਾਹੁੰਦੇ ਹਾਂ। ਸ਼ਾਇਦ ਸੈਂਟਰ ਕਾਈਂਡ ਦੇ ਲੋਜ਼ ਨੂੰ ਅਸੀਂ ਦਰਸਾਉਣਾ ਚਾਹਾਂਗੇ। ਆਮ ਤੌਰ ਤੇ ਰਿਬਸ ਅਤੇ ਵੈਬਜ਼ ਮਸ਼ੀਨਾਂ ਕਾਫੀ ਮਦਦਗਾਰ ਕਿਸਮ ਦੀਆਂ ਹੁੰਦੀਆਂ ਹਨ। ਤਾਂ ਆਓ ਅਸੀਂ ਇੱਕ ਅਜਿਹੇ ਮਸ਼ੀਨ ਐਲੀਮੈਂਟ ਨੂੰ ਵੇਖੀਏ। ਇਸ ਲਈ ਸਾਡੇ ਕੋਲ ਇਹ ਤਿੰਨ ਇੱਥੇ ਡਾਇਮੈਂਸ਼ਨਲ ਓਬਜੈਕਟ। ਇਸ ਲਈ ਇਹ ਮੂਲ ਰੂਪ ਵਿੱਚ A ਵਰਗਾ ਕੁਝ ਪਾਰਟ ਹੈ, ਅਤੇ ਉਹ ਪਾਰਟ A ਬੇਸ ਦੁਆਰਾ ਸਪੋਰਟਡ ਹੈ ਅਤੇ ਇਸ ਨਾਲ ਜੁੜਿਆ ਹੋਇਆ ਹੈ। ਇੱਕ ਫਲੈਂਗ ਥਿੰਗ ਦੀ ਕਾਈਂਡ ਹੈ। ਇਹ ਉਹ ਤਰੀਕਾ ਹੈ ਜੋ ਐਲੀਮੈਂਟ ਅਸਲ ਵਿੱਚ ਦਿਸਦਾ ਹੈ, ਅਤੇ ਅਸੀਂ ਇਸ ਐਲੀਮੈਂਟ ਦੇ ਕੱਟ ਸੈਕਸ਼ਨਲ ਵਿਊ ਚਾਹੁੰਦੇ ਹਾਂ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਅਸੀਂ ਦੋ ਸੈਕਸ਼ਨ ਤੇ ਵਿਚਾਰ ਕਰਨਾ ਚਾਹਾਂਗੇ, ਇੱਕ ਸੈਕਸ਼ਨ A ਅਤੇ ਹੋਰ ਸੈਕਸ਼ਨ B। ਐਰੋ ਦੀ ਦਿਸ਼ਾ ਵਿੱਚ ਅਸੀਂ ਉਸ ਪਾਰਟ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਆਓ ਅਸੀਂ ਪਹਿਲੇ ਸੈਕਸ਼ਨ ਨੂੰ ਵੇਖੀਏ। A ਸਾਡੇ ਕੋਲ ਉਹ ਕੱਟ ਸੈਕਸ਼ਨ ਹੁੰਦਾ ਹੈ। ਇਹ ਕਰਨਾ ਚਾਹਾਂਗਾ। ਪਾਰਟ ਨੂੰ ਬਰਕਰਾਰ ਰੱਖੋ। ਇਸ ਪਾਰਟ ਨੂੰ ਹਟਾਓ। ਉੱਥੇ ਤੋਂ ਉੱਥੇ ਤੱਕ ਹੈਸ਼ਡ ਲਾਈਨਾਂ ਹੋਣੀਆਂ ਚਾਹੀਦੀਆਂ ਹਨ। ਅਸੀਂ ਉੱਥੇ ਕੋਈ ਵੀ ਸਮੱਗਰੀ ਨਹੀਂ ਹਟਾਈ, ਇਸ ਲਈ ਖਾਲੀ ਹੈ। ਦੁਬਾਰਾ ਅਸੀਂ ਉੱਥੇ ਸਮੱਗਰੀ ਹਟਾ ਦਿੱਤੀ ਹੈ। ਸਾਡੇ ਕੋਲ ਇਹ ਹੈਸ਼ਡ ਲਾਈਨਾਂ ਹੋਣਗੀਆਂ। ਹੁਣ ਇਹ ਪ੍ਰੋਟਰੂਡ ਪਾਰਟ ਉਸ ਸਰਕੂਲਰ ਦਾ ਹਿੱਸਾ। ਜੇਕਰ ਅਸੀਂ ਉਸ ਸਰਕੂਲਰ ਨੂੰ ਦੇਖ ਰਹੇ ਹਾਂ ਤਾਂ ਇਹ ਇੱਕ ਸਪੋਰਟਡ ਵਰਗਾ ਇੱਕ ਬਹੁਤ ਹੀ ਪਤਲਾ ਐਲੀਮੈਂਟ। ਜਦੋਂ ਅਸੀਂ ਉਸ ਪਾਰਟ ਨੂੰ ਹਟਾ ਰਹੇ ਹਾਂ, ਪਤਲੇ ਐਲੀਮੈਂਟ, ਅਸੀਂ ਇਸ ਨੂੰ ਹੈਸ਼ਡ ਲਾਈਨਾਂ ਦੁਆਰਾ ਕਦੇ ਨਹੀਂ ਦਿਖਾਉਂਦੇ। ਓਬਜੈਕਟ ਦੇ ਸਾਈਜ਼ ਦੇ ਮੁਕਾਬਲੇ ਕੋਈ ਵੀ ਪਤਲਾ ਸਪੋਰਟ ਪਸੰਦ ਕਰਦਾ ਹੈ। ਪਲੇਟਾਂ, ਫਿਲੈਨਗਸ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ, ਅਸੀਂ ਇਸ ਨੂੰ ਕਿਸੇ ਵੀ ਹੈਸ਼ਡ ਲਾਈਨਾਂ ਦੁਆਰਾ ਨਹੀਂ ਦਿਖਾਉਂਦੇ ਹਾਂ। ਇਹ ਪਹਿਲਾ ਕਨਵੈਨਸ਼ਨ ਸਿਰਫ ਮੋਟੇ ਐਲੀਮੈਂਟ ਜੋ ਅਸੀਂ ਇਸ ਨੂੰ ਹੈਸ਼ ਕੀਤੀ ਚੀਜ਼ ਦੁਆਰਾ ਦਰਸਾਉਂਦੇ ਹਾਂ। ਜਦੋਂ ਅਸੀਂ ਉਸ ਨੂੰ ਹਟਾਉਂਦੇ ਹਾਂ ਤਾਂ ਪਿਛਲੇ ਪਾਸੇ ਇੱਕ ਸਮੱਗਰੀ ਹੁੰਦੀ ਹੈ ਜਿਸ ਨੂੰ ਅਸੀਂ ਬੇਸਮੈਂਟ ਵਿੱਚ ਉਸੇ ਤਰ੍ਹਾਂ ਹਟਾਉਣ ਜਾ ਰਹੇ ਹਾਂ। ਇਹ ਬਹੁਤ ਮੋਟਾ ਹੁੰਦਾ ਹੈ ਤਾਂ ਜੋ ਅਸੀਂ ਹੈਸ਼ਡ ਲਾਈਨਾਂ ਦੁਆਰਾ ਦਰਸਾਏ। ਹੁਣ ਆਓ ਦੇਖੀਏ ਸੈਕਸ਼ਨ B ਦੀ ਨੁਮਾਇੰਦਗੀ। ਸੋ ਇਸ ਨੂੰ ਬਰਕਰਾਰ ਰੱਖੋ। ਇਸ ਟੌਪ ਪੋਰਸ਼ਨ ਨੂੰ ਹਟਾਓ। ਜਦੋਂ ਅਸੀਂ ਇਸ ਨੂੰ ਇਸ ਕੰਪਿਊਟਰ ਪਲੇਨ ਵਿੱਚ ਇਸ B ਨੋਰਮਲ ਵਿੱਚੋਂ ਲੰਘਦੇ ਹੋਏ ਕੱਟਦੇ ਹਾਂ। ਇਸ ਲਈ ਟੌਪ ਦੇ ਦ੍ਰਿਸ਼ ਤੋਂ ਜੇਕਰ ਅਸੀਂ ਕਲਪਨਾ ਕਰ ਰਹੇ ਹਾਂ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ, ਕਿਉਂਕਿ ਇੱਕ ਟੇਪਰਡ ਹੈ, ਅਸੀਂ ਉਸ ਸਮੱਗਰੀ ਨੂੰ ਉਸ ਪਾਰਟ ਤੱਕ ਹਟਾ ਦਿੱਤਾ ਹੈ। ਬੋਟਮ ਹੈ, ਸਾਫ਼ ਦਿਖਾਈ ਦੇ ਰਿਹਾ ਹੈ। ਸਿਰਫ ਟੈਪਰ ਵਿਚਕਾਰਲਾ ਅਸੀਂ ਹਟਾ ਦਿੱਤਾ ਹੈ। ਅੰਤ ਵਿੱਚ ਸੈਕਸ਼ਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਰਹੇ ਹਾਂ। ਰਿਬ ਅਤੇ ਵੈਬ ਸੈਕਸ਼ਨਲ ਪ੍ਰਸਤੁਤੀਆਂ ਨੂੰ ਕਹਿੰਦੇ ਹਾਂ। ਇਸ ਲਈ ਦੋਵਾਂ ਵਿਚਾਰਾਂ ਦੇ ਬੇਸ ਤੇ ਹੀ ਅਸੀਂ ਸਮਝਣ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇਸ ਓਬਜੈਕਟ ਦਾ ਡਾਇਮੈਂਸ਼ਨਲ ਪ੍ਰੋਜੈਕਸ਼ਨ ਕਿਵੇਂ ਹੁੰਦਾ ਹੈ। ਹੁਣ ਉਦਾਹਰਨ ਲਈ ਇੱਕ ਹੋਰ ਰਿਬ ਅਤੇ ਵੈਬ ਸੈਕਸ਼ਨ ਨੂੰ ਵੇਖੀਏ। ਇਹ ਓਬਜੈਕਟ ਹੈ। ਅਸੀਂ ਨੁਮਾਇੰਦਗੀ ਕਰਨਾ ਚਾਹੁੰਦੇ ਹਾਂ।
ਇਹ ਪਾਰਟ ਬਹੁਤ ਪਤਲਾ ਹੈ। ਇਹ ਇਸ ਸਿਲੰਡਰ ਲਈ ਸਪੋਰਟਿੰਗ ਐਲੀਮੈਂਟ ਵਰਗਾ ਹੈ। ਅਤੇ ਜਦੋਂ ਅਸੀਂ ਕੋਈ ਕੱਟ ਸੈਕਸ਼ਨਲ ਰਿਪਰੈਜ਼ੈਂਟੇਸ਼ਨ ਲੈ ਰਹੇ ਹਾਂ, ਭਾਵੇਂ ਅਸੀਂ ਉਸ ਆਬਜੈਕਟ ਦਾ ਪੂਰਾ ਸੈਕਸ਼ਨਲ ਦ੍ਰਿਸ਼ ਲੈ ਰਹੇ ਹਾਂ, ਇਸ ਪਤਲੇ ਪਾਰਟ ਨੂੰ ਹੈਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਹ ਸਿਰਫ ਬਹੁਤ ਪਤਲੇ ਪਾਰਟ ਨੂੰ ਦਰਸਾਉਂਦਾ ਹੈ, ਪਰ ਸਮੱਗਰੀ ਨੂੰ ਦਿਖਾਉਣ ਦੀ ਲੋੜ ਹੈ, ਉਸ ਜ਼ੋਨ ਦੇ ਅੰਦਰ ਹੈਸ਼ ਕਰਕੇ। ਇਹ ਪਾਰਟ ਅਤੇ ਉਹ ਪਾਰਟ ਹੈ। ਸਿਮਿਲਰਲੀ ਅਸੀਂ ਇਸ ਸਮੱਗਰੀ ਦੀ ਨੁਮਾਇੰਦਗੀ ਕਰ ਰਹੇ ਹਾਂ ਤਾਂ ਦਿਖਾਇਆ ਜਾਣਾ ਚਾਹੀਦਾ ਹੈ, ਇੱਕ ਨੁਮਾਇੰਦਗੀ ਦੇ ਤੌਰ ਤੇ। ਇਸ ਲਈ ਆਓ ਅਸੀਂ ਉਸ ਦ੍ਰਿਸ਼ ਨੂੰ ਵੇਖੀਏ। ਇਸ ਲਈ ਪਾਰਟ ਨੂੰ ਇਸ ਪਾਰਟ ਨੂੰ ਹੈਸ਼ ਕੀਤਾ ਜਾਣਾ ਹੈ। ਇਸ ਲਈ ਸਾਡੇ ਕੋਲ ਉਹ ਹੈਸ਼ ਹਨ। ਅਤੇ ਸਮੱਗਰੀ ਉੱਥੇ ਸਾਰੇ ਤਰੀਕੇ ਨਾਲ ਜਾਂਦੀ ਹੈ। ਇਸ ਲਈ ਸਾਡੇ ਕੋਲ ਹੈ। ਕਿਉਂਕਿ ਬਾਟਮ ਭੌਤਿਕ ਤੌਰ ਤੇ ਹੈਸ਼ ਕੀਤਾ ਪਾਰਟ ਜੋ ਅਸੀਂ ਇੱਥੇ ਦਿਖਾਇਆ ਹੈ ਉਹ ਬਾਟਮ ਪਾਰਟ ਲਈ ਹੈ। ਫਲੈਂਜ ਪੋਰਸ਼ਨ ਭਾਵੇਂ ਇਹ ਸਲਾਈਸਿੰਗ ਕੱਟ ਰਿਹਾ ਹੈ ਪਰ ਇਹ ਸਟੈਂਡਰਡ ਕਨਵੈਨਸ਼ਨ ਇਹ ਹੈ ਕਿ ਅਸੀਂ ਇਸ ਨੂੰ ਕਿਸੇ ਵੀ ਹੈਸ਼ਡ ਲਾਈਨਾਂ ਦੁਆਰਾ ਪ੍ਰਸਤੁਤ ਨਹੀਂ ਕਰਦੇ ਹਾਂ। ਇਹ ਕਾਰਨ ਹੈ ਕਿ ਸਾਡੇ ਕੋਲ ਖਾਲੀ ਸਪੇਸ ਹੈ। ਇਸੇ ਤਰ੍ਹਾਂ ਇਹ ਸਪੇਸ ਅਸੀਂ ਇਸ ਨੂੰ ਦਿਖਾਉਂਦੇ ਹਾਂ। ਬਾਕੀ ਦੇ ਪੋਰਸ਼ਨ ਹੈਸ਼ ਕੀਤੇ ਜਾਂਦੇ ਹਨ। ਅਤੇ ਅਸੀਂ ਉੱਥੇ ਕੋਈ ਵੀ ਸਮੱਗਰੀ ਨਹੀਂ ਹਟਾਈ, ਇਸ ਲਈ ਉੱਥੇ ਹੈ। ਕੋਈ ਸਮੱਗਰੀ ਨਹੀਂ ਹਟਾਈ ਗਈ। ਅਸੀਂ ਇਸ ਤਰ੍ਹਾਂ ਦੀ ਨੁਮਾਇੰਦਗੀ ਦਿਖਾਉਂਦੇ ਹਾਂ ਤਾਂ ਰਿਬ ਅਤੇ ਵੈਬ ਸੈਕਸ਼ਨ ਨੂੰ ਕਾਲ ਕਰਦੇ ਹਾਂ। ਇਸ ਲਈ ਉੱਪਰਲੀ ਚੀਜ਼ ਨੂੰ ਦੇਖੋ। ਸਾਡਾ ਸੈਕਸ਼ਨ ਇਸ ਪਲੇਨ ਵਿੱਚੋਂ ਲੰਘਦਾ ਹੈ। ਹੁਣ ਅਸੀਂ ਅਲਾਈਨਡ ਸੈਕਸ਼ਨ ਨਾਮ ਦੀ ਇੱਕ ਨਵੀਂ ਚੀਜ਼ ਨੂੰ ਵੇਖਾਂਗੇ। ਉਦਾਹਰਨ ਲਈ ਸਾਡੇ ਕੋਲ ਇਹ ਮਸ਼ੀਨ ਐਲੀਮੈਂਟ ਹੈ। ਤੁਸੀਂ ਇਸ ਬਾਰੇ ਸੋਚ ਸਕਦੇ ਹੋ ਇੱਕ ਮੋਟਰ ਦਾ ਇੱਕ ਟੌਪ ਕਵਰ। ਇਸ ਲਈ ਟਿਪੀਕਲ ਇਲੈਕਟ੍ਰੀਕਲ ਮੋਟਰਾਂ ਉੱਥੇ ਸ਼ੈਫਟ ਹੋਣਗੀਆਂ ਅਤੇ ਉੱਥੇ ਰੋਟਰ ਹੋਣਗੇ ਅਤੇ ਇਸ ਤਰ੍ਹਾਂ ਉੱਥੇ ਇੱਕ ਪਲੇਟ ਬੇਅਰਿੰਗ ਕਾਈਂਡ ਦੀ ਸਪੋਰਟਡ ਕਾਈਂਡ ਦੀ ਪਲੇਟ ਹੋਵੇਗੀ ਜਿਸ ਨੂੰ ਤੁਸੀਂ ਅੱਗੇ ਵਧਾਉਂਦੇ ਹੋ ਅਤੇ ਇਸ ਨੂੰ ਪਾਓ ਅਤੇ ਇਸ ਵਿੱਚ ਬੋਲਟ ਲਗਾਓ। ਇਸ ਕਾਈਂਡ ਦਾ ਮਸ਼ੀਨ ਐਲੀਮੈਂਟ ਜੋ ਅਸੀਂ ਇੱਥੇ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਅਸੀਂ ਉਸ ਮਸ਼ੀਨ ਐਲੀਮੈਂਟ ਦਾ ਅੰਦਰੂਨੀ ਪੋਰਸ਼ਨ ਨੂੰ ਦੇਖਣਾ ਚਾਹੁੰਦੇ ਹਾਂ। ਸੋ ਇਸ ਨੂੰ ਹਟਾਓ ਅਤੇ ਇਸ ਨੂੰ ਬਰਕਰਾਰ ਰੱਖੋ। ਇਹ ਅਲਾਈਨਡ ਸੈਕਸ਼ਨ ਕਹਿੰਦਾ ਹੈ ਕਿ ਅਸੀਂ ਇਸ ਹਟਾਉਣ ਅਤੇ ਪ੍ਰਤੀਨਿਧਤਾ ਨੂੰ ਦੋ ਤਰੀਕਿਆਂ ਨਾਲ ਦਰਸਾ ਸਕਦੇ ਹਾਂ। ਇੱਕ ਤੁਰੰਤ ਪ੍ਰੋਜੈਕਸ਼ਨਲ ਵਿੱਚ ਵੇਖਦਾ ਹੈ। ਦ੍ਰਿਸ਼ ਇਹ ਕਿਵੇਂ ਦਿਖਾਈ ਦਿੰਦਾ ਹੈ। ਦੂਜਾ ਤਰੀਕਾ ਹੈ ਇਸ ਆਬਜੈਕਟ ਨੂੰ ਹੇਠਾਂ ਵੱਲ ਘੁਮਾਓ ਜਿਸ ਤਰ੍ਹਾਂ ਇਹ ਤਿੰਨ ਦਰਸਾਉਂਦੇ ਹਨ। ਇਸ ਕਿਸਮ ਦੀ ਵਰਤੋਂ ਜੇਕਰ ਅਸੀਂ ਦਿਖਾ ਰਹੇ ਹਾਂ ਕਿ ਅਸੀਂ ਅਲਾਈਨਡ ਸੈਕਸ਼ਨ ਕਹਿੰਦੇ ਹਾਂ। ਉਦਾਹਰਨ ਲਈ ਜੇਕਰ ਅਸੀਂ ਇਸ ਪੂਰੇ ਨੂੰ ਘੁੰਮਾ ਨਹੀਂ ਰਹੇ ਹਾਂ। ਕੱਟ ਸੈਕਸ਼ਨ ਦੇ ਬਾਅਦ ਗੱਲ ਜੇਕਰ ਅਸੀਂ ਨਹੀਂ ਹਾਂ ਇਸ ਨੂੰ ਘੁਮਾਉਣਾ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਹ ਲਾਈਨਾਂ ਤੁਰੰਤ ਪੇਸ਼ ਕੀਤੀਆਂ ਜਾਣਗੀਆਂ, ਪਰ ਅਸੀਂ ਇਸ ਨੂੰ ਘੁੰਮਾ ਰਹੇ ਹਾਂ ਕਿ ਇਹ ਕਿਵੇਂ ਦਿਖਦਾ ਹੈ। ਜਦੋਂ ਅਸੀਂ ਘੁੰਮ ਰਹੇ ਹਾਂ ਇਹ ਪਾਰਟ ਉੱਥੇ ਪ੍ਰੋਜੈਕਟ ਕਰਦਾ ਹੈ। ਇਹ ਸਾਨੂੰ ਉੱਥੇ ਪ੍ਰੋਜੈਕਟ ਹੇਠਾਂ ਲਿਆਉਣਾ ਹੈ। ਸਿਮਿਲਰਲੀ ਹਰੇਕ ਪੁਆਇੰਟ ਨੂੰ ਸਾਨੂੰ ਘੁਮਾਉਣਾ ਅਤੇ ਪ੍ਰਸਤੁਤ ਕਰਨਾ ਹੈ। ਇਸ ਕਾਈਂਡ ਦੀ ਚੀਜ਼ ਜਿਸ ਨੂੰ ਅਸੀਂ ਰੈਵੋਲੂਸ਼ਨ ਦੇ ਕਨਵੇਨਸ਼ਨ ਦੀ ਵਰਤੋਂ ਕਰਦੇ ਹੋਏ ਅਲਾਈਨਡ ਸੈਕਸ਼ਨ ਕਹਿੰਦੇ ਹਾਂ। ਜੇਕਰ ਅਜਿਹਾ ਹੋ ਰਿਹਾ ਹੈ ਇਹ ਉਹ ਪੋਰਸ਼ਨ ਹਨ ਜੋ ਅਸੀਂ ਕੱਟਣ ਜਾ ਰਹੇ ਹਾਂ। ਅਤੇ ਸਿਮਿਲਰਲੀ ਅਸੀਂ ਇਸ ਪਾਰਟ ਨੂੰ ਕੱਟ ਕਰਨ ਜਾ ਰਹੇ ਹਾਂ ਜਿਸ ਪਾਰਟ ਦੀ ਸਮੱਗਰੀ ਨੂੰ ਹਟਾਇਆ ਜਾ ਰਿਹਾ ਹੈ। ਉਹ ਲਗਾਤਾਰ ਲਾਈਨਾਂ ਬਣ ਜਾਂਦੀਆਂ ਹਨ। ਸੈਕਸ਼ਨਲ ਦ੍ਰਿਸ਼ ਇਸ ਲਈ ਜੋ ਵੀ ਸਮੱਗਰੀ ਅਸੀਂ ਹਟਾ ਦਿੱਤੀ ਹੈ, ਇਹ ਪਾਰਟ ਅਤੇ ਉਹ ਪਾਰਟ ਅਸੀਂ ਦਿਖਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਪਾਰਟ ਅਤੇ ਉਹ ਪਾਰਟ ਦੇਖ ਸਕੇ। ਇਸ ਦੀ ਪ੍ਰਤੀਨਿਧਤਾ ਨੂੰ ਅਸੀਂ ਅਲਾਈਨਡ ਸੈਕਸ਼ਨ ਵਿਊਜ਼ ਕਹਿੰਦੇ ਹਾਂ। ਹੁਣ ਆਓ ਅਸੀਂ ਟੁੱਟੇ ਹੋਏ ਸੈਕਸ਼ਨ ਨੂੰ ਵੇਖੀਏ। ਕਿਸੇ ਆਬਜੈਕਟ ਨੂੰ ਦਰਸਾਉਣ ਲਈ ਅਸੀਂ ਪੂਰਾ ਸਲਾਇਸ ਨਹੀਂ ਬਣਾਉਣਾ ਚਾਹੁੰਦੇ ਹਾਂ। ਉਦਾਹਰਨ ਲਈ ਇੱਥੇ ਸਾਡੇ ਕੋਲ ਇਸ ਕਾਈਂਡ ਦੇ ਮਸ਼ੀਨ ਐਲੀਮੈਂਟ ਹੈ। ਇੱਕ ਸਿਮੈਟ੍ਰਿਕ ਹੈ ਅਤੇ ਅਸੀਂ ਅਸਲ ਵਿੱਚ ਉਸ ਸਮੁੱਚੇ ਆਬਜੈਕਟ ਦੇ ਹਰੇਕ ਵੇਰਵੇ ਨੂੰ ਦਰਸਾਉਣਾ ਨਹੀਂ ਚਾਹੁੰਦੇ ਹਾਂ। ਇਸ ਲਈ ਉਸ ਆਬਜੈਕਟ ਦਾ ਸਿਰਫ ਪਾਰਟ ਅਸੀਂ ਦਿਖਾਉਣਾ ਚਾਹੁੰਦੇ ਹਾਂ।
ਬੋਟਮ ਪਾਰਟ ਤੇ ਕੋਈ ਕੱਟ ਸੈਕਸ਼ਨਲ ਵਿਊ ਦਿਖਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ ਹਾਂ। ਕੁਝ ਪਾਰਟ ਜੇਕਰ ਤੁਸੀਂ ਦਿਖਾ ਰਹੇ ਹੋ ਅਸੀਂ ਇੱਥੇ ਟੁੱਟੇ ਹੋਏ ਸੈਕਸ਼ਨ ਨੂੰ ਕਾਲ ਕਰਦੇ ਹਾਂ। ਇਸ ਪਾਰਟ ਨੂੰ ਅਸੀਂ ਇਸ ਪਾਰਟ ਦੀ ਨੁਮਾਇੰਦਗੀ ਕਰ ਰਹੇ ਜਿਸ ਨੂੰ ਅਸੀਂ ਹਟਾਉਣਾ ਚਾਹੁੰਦੇ ਹਾਂ। ਅਤੇ ਉਸ ਪਾਰਟ ਨੂੰ ਬਰਕਰਾਰ ਰੱਖੋ। ਇਸ ਲਈ ਇੱਥੇ ਜੇਕਰ ਅਸੀਂ ਟੌਪ ਦ੍ਰਿਸ਼ ਦੇਖ ਰਹੇ ਹਾਂ, ਓਬਜੈਕਟ ਸਿਮੈਟ੍ਰਿਕ ਅਤੇ ਸਾਡੇ ਕੋਲ ਹੋਲ ਹੈ, ਸਿਰਫ ਇੱਕ ਸਾਈਡ ਤੇ, ਹਰ ਜਗ੍ਹਾ ਨਹੀਂ। ਅਤੇ ਅਸੀਂ ਇਸ ਕਿਸਮ ਦੇ ਕੱਟ ਸੈਕਸ਼ਨਲ ਵਿਊ ਨੂੰ ਦਿਖਾਉਣਾ ਚਾਹੁੰਦੇ ਹਾਂ। ਉਸ ਪਾਰਟ ਨੂੰ ਹਟਾਉਣ ਦੇ ਬਾਅਦ ਸਾਹਮਣੇ ਦ੍ਰਿਸ਼ ਵਿੱਚ ਇਹ ਕਿਵੇਂ ਦਿਖਾਈ ਦਿੰਦਾ ਹੈ। ਉਸ ਹੋਲ ਦੇ ਨੇੜੇ ਸਾਡੇ ਕੋਲ ਸਮੱਗਰੀ ਹੋਵੇਗੀ ਅਤੇ ਦੁਬਾਰਾ ਇੱਥੇ ਅਤੇ ਇੱਕ ਕੱਟ ਸੈਕਸ਼ਨ ਹੈ। ਟੁੱਟੇ ਕਾਇੰਡ ਦੇ ਪਾਰਟ ਦੁਆਰਾ ਵਾਪਰਦਾ ਹੈ, ਇਸ ਲਈ ਅਸੀਂ ਇਸ ਨੂੰ ਇੱਕ ਵੇਵੀ ਕਾਇੰਡ ਦੀ ਲਾਈਨ ਦੁਆਰਾ ਦਿਖਾਉਂਦੇ ਹਾਂ। ਅਤੇ ਡੈਸ਼ਡ ਲਾਈਨਾਂ ਅਜੇ ਵੀ ਮੌਜੂਦ ਹਨ ਕਿਉਂਕਿ ਅਸੀਂ ਉਸ ਸਮੱਗਰੀ ਨੂੰ ਨਹੀਂ ਹਟਾਇਆ। ਆਮ ਤੌਰ ਤੇ ਸੈਕਸ਼ਨਲ ਦ੍ਰਿਸ਼ਾਂ ਵਿੱਚ ਅਸੀਂ ਇਸ ਤੋਂ ਇਲਾਵਾ ਨਹੀਂ ਦਿਖਾਉਂਦੇ। ਟੁੱਟੇ ਹੋਏ ਸੈਕਸ਼ਨ ਵਿੱਚ ਟੁੱਟੇ ਹੋਏ ਸੈਕਸ਼ਨ। ਇਸ ਨੂੰ ਇਸ ਕਾਇੰਡ ਦੀ ਹਿਡਨ ਇਨਫੋਰਮੇਸ਼ਨ ਰੱਖਣ ਦੀ ਇਜਾਜ਼ਤ ਹੈ। ਆਓ ਹੁਣ ਹਟਾਏ ਗਏ ਸੈਕਸ਼ਨ ਨੂੰ ਵੇਖੀਏ। ਉਦਾਹਰਨ ਲਈ ਸਾਡੇ ਕੋਲ ਇਸ ਕਾਇੰਡ ਦਾ ਮਸ਼ੀਨ ਐਲੀਮੈਂਟ ਹੈ ਜਿਵੇਂ ਕਿ ਸਾਡੇ ਪੇਜ ਡਰਾਈਵਰ ਦੀ ਕਿਸਮ, ਜਿੱਥੇ ਇਹ ਹੈਂਡਲ ਪੋਰਸ਼ਨ ਹੈ। ਅਤੇ ਟੇਪਰਡ ਦੀ ਕੁਝ ਕਾਇੰਡ ਹੈ। ਪੈਟਰਨ ਦੀ ਹੈਕਸਾਗੋਨਲ ਕਾਇੰਡ। ਅਤੇ ਦੁਬਾਰਾ ਇੱਕ ਹੋਰ ਪੈਟਰਨ। ਅਤੇ ਸਾਡੇ ਕੋਲ ਹੈ ਇੱਕ ਟਵਿਸਟਰ ਕਾਇੰਡ ਦਾ ਪੋਰਸ਼ਨ ਹੈ। ਇਸ ਕਾਇੰਡ ਦੇ ਮਸ਼ੀਨ ਐਲੀਮੈਂਟ ਅਸੀਂ ਅਸਲ ਵਿੱਚ ਦਰਸਾਉਣਾ ਚਾਹੁੰਦੇ ਹਾਂ। ਇੱਥੇ ਸੈਕਸ਼ਨ ਬਾਰੇ ਕੀ ਹੈ, ਉੱਥੇ ਸੈਕਸ਼ਨ ਬਾਰੇ ਕੀ ਹੈ, ਉੱਥੇ ਸੈਕਸ਼ਨ ਬਾਰੇ ਕੀ ਹੈ ਅਤੇ ਉੱਥੇ ਸੈਕਸ਼ਨ ਬਾਰੇ ਕੀ ਹੈ। ਹੁਣ ਸਾਡੇ ਕੋਲ ਵੱਖ-ਵੱਖ ਪਲੈਨਾਂ ਤੇ ਇੱਕੋ ਸਮੱਗਰੀ ਦੇ ਸੈਕਸ਼ਨ ਦੀ ਭਿੰਨਤਾ ਹੈ। ਇਸ ਲਈ ਸਿਰਫ ਦਿਖਾ ਰਿਹਾ ਹੈ ਅਤੇ ਇਹ ਇੱਕ ਸਿਮੈਟ੍ਰਿਕ ਓਬਜੈਕਟ ਹੈ। ਇਸ ਲਈ ਸਿਰਫ ਆਫਸੈਟ ਸੈਕਸ਼ਨ ਵਰਗੀ ਕੋਈ ਚੀਜ਼ ਲੈਣ ਨਾਲ ਮਕਸਦ ਪੂਰਾ ਨਹੀਂ ਹੁੰਦਾ। ਇੱਕ ਹੋਰ ਤਰੀਕਾ ਹੋਣਾ ਚਾਹੀਦਾ ਹੈ ਦੀ ਨੁਮਾਇੰਦਗੀ ਕਰਦਾ ਹੈ ਉਸ ਕਾਇੰਡ ਦੇ ਸੈਕਸ਼ਨ ਜਿਸ ਨੂੰ ਅਸੀਂ ਹਟਾਏ ਗਏ ਸੈਕਸ਼ਨ ਕਹਿੰਦੇ ਹਾਂ। ਉਦਾਹਰਨ ਲਈ, ਇੱਥੇ ਮਟੀਰੀਅਲ ਐਲੀਮੈਂਟ ਵੱਖਰਾ ਹੈ। ਦੀ ਸੈਕਸ਼ਨਲ ਏਰੀਆ ਵੱਖਰਾ ਹੈ। ਸੈਕਸ਼ਨਲ ਏਰੀਆ ਵੱਖਰਾ ਹੈ। ਸੈਕਸ਼ਨਲ ਏਰੀਆ ਵੱਖਰਾ ਹੈ। ਇਹ ਸਾਰੇ ABC ਮੈਂ ਸਿਰਫ ਇੱਕ ਪਿਕਚਰ ਤੇ ਪੇਸ਼ ਕਰਨਾ ਚਾਹਾਂਗਾ। ਤਿੰਨ ਵੱਖ-ਵੱਖ ਪਿਕਚਰ ਦਿਖਾਉਣ ਦੀ ਬਜਾਏ ਜੋ ਅਸੀਂ ਚਾਹੁੰਦੇ ਹਾਂ। ਇੱਕ ਥਿੰਗ ਤੇ ਤਿੰਨ। ਇਸ ਲਈ ਜੇਕਰ ਮੇਰੇ ਕੋਲ ਉਹ ਸੈਕਸ਼ਨਲ ਦ੍ਰਿਸ਼ ਹਨ, ਸ਼ਾਇਦ ਇਹ ਪਾਰਟ ਸੈਕਸ਼ਨ ਸਰਕੂਲਰ ਹੋ ਸਕਦਾ ਹੈ। B ਪਾਰਟ ਤੁਹਾਡੇ ਵਰਗਾ ਕੁਝ ਹੈ। ਹੈਕਸਾਗਨ। ਅਤੇ ਇੱਥੇ ਸੈਕਸ਼ਨ ਪੂਰੀ ਤਰ੍ਹਾਂ ਸਕੁਏਅਰ ਕਾਇੰਡ ਦੀ ਥਿੰਗ ਡਿਰੇਕਸ਼ਨਲ ਪ੍ਰੈਫਰੈਂਸ ਦੇ ਨਾਲ ਹੈ। ਸਾਨੂੰ ਦਿਖਾਉਣਾ ਪਵੇਗਾ। ਇਸ ਲਈ ਇਹ ਦਰਸਾਉਣ ਲਈ ਕਿ ਸਭ ਤੋਂ ਆਸਾਨ ਤਰੀਕਾ ਹੈ ਸੈਕਸ਼ਨਲ ਵਿਊ ਦੀ ਨੁਮਾਇੰਦਗੀ। ਇਸ ਲਈ ਸਾਡੇ ਕੋਲੇ ਉਸ ਦਿਸ਼ਾ ਵਿੱਚ ਸਲਾਇਸ ਇਹ ਸਰਕਲ ਵਰਗਾ ਦਿਸਦਾ ਹੈ। ਹੁਣ ਉਸ ਸਰਕਲ ਨੂੰ 90 ਡਿਗਰੀ ਵਿੱਚ ਫਲਿਪ ਕਰੋ। ਉਸੇ ਸੈਕਸ਼ਨ ਤੇ ਇਸ ਨੂੰ ਦਿਖਾ। ਇਸ ਤਰ੍ਹਾਂ ਦੀ ਨੁਮਾਇੰਦਗੀ ਜਿਸ ਨੂੰ ਅਸੀਂ ਹਟਾਏ ਗਏ ਸੈਕਸ਼ਨ ਕਹਿੰਦੇ ਹਾਂ। ਅਜਿਹਾ ਨਹੀਂ ਹੈ ਕਿ ਸਾਡੇ ਕੋਲ ਸਰਕਲ ਦਾ ਇੱਕ ਸਲਾਇਸ ਹੈ। ਅਸਲ ਵਿੱਚ ਸਾਡੇ ਕੋਲ ਇੱਕ ਸਲਾਇਸ ਹੈ ਪਰਪੈਂਡੀਕਿਊਲਰ 90 ਡਿਗਰੀ ਪਲੇਨ ਵਿੱਚ ਅਤੇ ਇਹ ਕਿ ਅਸੀਂ ਇਸ ਨੂੰ ਮਸ਼ੀਨ ਐਲੀਮੈਂਟ ਤੇ ਫਲਿਪ ਕਰ ਰਹੇ ਹਾਂ ਅਤੇ ਪੇਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਸਾਡੇ ਕੋਲ ਇੱਕ ਸੈਕਸ਼ਨ ਹੋਵੇਗਾ ਜੋ ਕਿ A ਹੈਕਸਾਗਨ ਇਸ ਦ੍ਰਿਸ਼ ਵਿੱਚ ਦਿਸਦਾ ਹੈ। ਪਰ ਉਸੇ ਸਮੇਂ ਅਸੀਂ ਪੂਰੇ ਐਲੀਮੈਂਟ ਨੂੰ ਦਰਸਾਉਣਾ ਚਾਹੁੰਦੇ ਹਾਂ। ਅਸੀਂ ਸਿਰਫ ਸੈਕਸ਼ਨਲ ਨੁਮਾਇੰਦਗੀ ਨਹੀਂ ਕਰਨਾ ਚਾਹੁੰਦੇ ਪਰ ਮੈਂ ਪੂਰਾ ਐਲੀਮੈਂਟ ਵੀ ਚਾਹੁੰਦਾ ਹਾਂ। ਅਸਲ ਵਿੱਚ ਫਿਰ ਉਸ ਕੇਸ ਵਿੱਚ ਵੇਖਣ ਲਈ ਜੋ ਕਿ ਹੈਕਸਾਗਨ ਸੈਕਸ਼ਨਲ ਦ੍ਰਿਸ਼ਟੀਕੋਣ ਹੈ, ਮੈਂ ਇਸ ਨੂੰ 90 ਡਿਗਰੀ ਨਾਲ ਫਲਿਪ ਕਰਾਂਗਾ ਸਮੱਗਰੀ ਤੇ ਮੈਂ ਇਸ ਨੂੰ ਦਿਖਾਵਾਂਗਾ। ਇਸੇ ਤਰ੍ਹਾਂ ਇੱਥੇ ਸਾਡੇ ਕੋਲ ਇੱਕ ਸੈਕਸ਼ਨਲ ਵਿਊ ਹੈ। ਇਸ ਨੂੰ ਇਸ ਤਰੀਕੇ ਨਾਲ 90 ਡਿਗਰੀ ਘੁਮਾਓ ਅਤੇ ਇਸ ਨੂੰ ਉਸ ਓਬਜੈਕਟ ਤੇ ਦਰਸਾਉਂਦਾ ਹੈ। ਇਸ ਹਟਾਏ ਗਏ ਸੈਕਸ਼ਨ ਦਾ ਫਾਇਦਾ ਹੈ ਇੱਕ ਸਾਈਡ ਅਸੀਂ ਪੂਰੀ ਮਸ਼ੀਨ ਐਲੀਮੈਂਟ ਨੂੰ ਦੇਖਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਅਤੇ ਨਾਲ ਹੀ ਸੰਬੰਧਿਤ ਕੱਟ ਸੈਕਸ਼ਨਲ ਦ੍ਰਿਸ਼ ਜੋ ਅਸੀਂ ਦੇਖ ਸਕਦੇ ਹਾਂ। ਇਸ ਲਈ ਇਹਨਾਂ ਸਾਰੀਆਂ ਸੈਕਸ਼ਨਲ ਪ੍ਰਤੀਨਿਧਤਾਵਾਂ ਦੀ ਵਰਤੋਂ ਕਰਦੇ ਹੋਏ, ਜੇਕਰ ਕੋਈ ਡਰਾਇੰਗ ਹੈ
ਟਿਪੀਕਲ ਮਸ਼ੀਨ ਐਲੀਮੈਂਟ ਦਾ ਇਹ ਕਿਵੇਂ ਦਿਖਾਈ ਦਿੰਦਾ ਹੈ? ਇੱਕ ਉਦਾਹਰਣ ਅਸੀਂ ਦੇਖਣ ਜਾ ਰਹੇ ਹਾਂ। ਇੱਥੇ ਸਾਡੇ ਕੋਲ ਇੱਕ ਟਰਬੋ ਪੰਪ ਟਰਬਾਈਨ ਹੈ। ਜੇਕਰ ਮੈਂ ਉਹ ਪੂਰੀ ਟਰਬੋ ਪੰਪ ਟਰਬਾਈਨ ਲੈ ਰਿਹਾ ਹਾਂ, ਇੱਕ ਪੂਰੀ ਸੈਕਸ਼ਨਲ ਪ੍ਰਤੀਨਿਧਤਾ ਲੈਣਾ, ਗੁੰਝਲਦਾਰ ਵੇਰਵੇ ਇਸ ਤਰੀਕੇ ਨਾਲ ਬਾਹਰ ਆ ਜਾਵੇਗਾ। ਟਰਬਾਈਨ ਸ਼ੈਫਟ ਵਰਗੀ ਕੋਈ ਚੀਜ਼ ਹੈ ਜਿਸ ਤੋਂ ਇਹ ਪਾਰਟ ਤੋਂ ਸਮੱਗਰੀ ਵੱਖਰੀ ਹੈ। ਇਸ ਲਈ ਜੇਕਰ ਤੁਸੀਂ ਦੇਖ ਰਹੇ ਹੋ ਕਿ ਇਹ ਲਾਈਨਾਂ ਵੱਖਰੀਆਂ ਹਨ, ਮਸ਼ੀਨ ਐਲੀਮੈਂਟ ਦੇ ਅੰਦਰੂਨੀ ਇੰਟੀਰੀਅਰ ਜੋ ਕੋਈ ਦੇਖ ਸਕਦਾ ਹੈ, ਇਹ ਪਾਰਟ ਵੱਖਰਾ ਹੈ। ਇਹ ਪਾਰਟ ਸਟ੍ਰੇਸ ਨੋਜ਼ਲਾਂ ਤੋਂ ਵੱਖਰਾ ਹੈ। ਇਸੇ ਤਰ੍ਹਾਂ ਔਰ ਰਿੰਗ ਵੱਖਰੀਆਂ ਹਨ। ਲੀਕੇਜ ਹੋਣ ਤੋਂ ਰੋਕਣ ਲਈ ਜੇਕਰ ਕੋਈ ਧਾਤ ਦੀ ਰਿੰਗ ਕਿਸਮ ਦੀ ਚੀਜ਼ ਹੋਵੇ ਤਾਂ ਸ਼ਾਇਦ ਲੰਮਾ ਸਮਾਂ ਵੱਖਰਾ ਹੈ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਬੇਅਰਿੰਗ ਪੋਰਸ਼ਨ ਵੱਖਰਾ ਹੈ। ਜੇ ਕੋਈ ਸ਼ੈਫਟ ਸੀਲਾ ਹਨ ਤਾਂ ਉਹ ਅਸਲ ਵਿੱਚ ਸਮੱਗਰੀ ਐਲੀਮੈਂਟ ਦੇ ਬੇਸ ਤੇ ਇਸ ਹੈਸ਼ਡ ਲਾਈਨਾਂ ਦੇ ਬੇਸ ਤੇ ਕਿਵੇਂ ਦਿਖਾਈ ਦਿੰਦੀਆਂ ਹਨ। ਅਸੀਂ ਉਸ ਮਸ਼ੀਨ ਐਲੀਮੈਂਟ ਦੇ ਇਹਨਾਂ ਸੰਪੂਰਨ ਪੂਰੇ ਸੈਕਸ਼ਨਲ ਵੇਰਵਿਆਂ ਨੂੰ ਦਰਸਾਵਾਂਗੇ। ਇਸ ਲਈ ਹਰ ਇੱਕ ਸਪੇਸਿੰਗ ਦੇ ਬੇਸ ਤੇ ਇਸ ਲਾਈਨ ਦੀ ਮੋਟਾਈ ਦੀ ਅਸੀਂ ਕਿੰਨੀ ਗੂੜੀ ਵਰਤੋਂ ਕਰਦੇ ਹਾਂ, ਅਸੀਂ ਕਿਸ ਕਾਈਂਡ ਦੇ ਸੈਕਸ਼ਨ ਦੀ ਵਰਤੋਂ ਕਰਦੇ ਹਾਂ, ਇਸ ਦੇ ਬੇਸ ਤੇ ਲੋਕ ਸਮਝਣਗੇ ਕਿ ਇਹ ਕਿਸ ਕਾਈਂਡ ਦੀ ਸਮੱਗਰੀ ਹੈ। ਜਦੋਂ ਅਸੀਂ ਇਹਨਾਂ ਡਰਾਇੰਗ ਸ਼ੀਟਾਂ ਨੂੰ ਪ੍ਰੋਡਕਸ਼ਨ ਲਾਈਨ ਨਾਲ ਸਾਂਝਾ ਕਰ ਰਹੇ ਹਾਂ, ਦੀ ਸਥਾਨਕ ਪ੍ਰਤੀਨਿਧੀ ਦੀ ਪੋਜੀਸ਼ਨ ਵਿੱਚ ਹੋਣਾ ਚਾਹੀਦਾ ਹੈ। ਅਸਲ ਵਿੱਚ ਪੜ੍ਹੋ ਕਿ ਕਿਸ ਕਾਈਂਡ ਦੀ ਸਮੱਗਰੀ ਨੂੰ ਵਰਤਣਾ। ਇਸ ਲਈ ਇਸ ਕਾਈਂਡ ਦੀ ਨੁਮਾਇੰਦਗੀ ਲਈ ਸਾਨੂੰ ਇਹਨਾਂ ਸੈਕਸ਼ਨਲ ਵਿਊਜ਼ ਦੀ ਲੋੜ ਹੈ। ਹੁਣ ਕੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਇਸ ਓਬਜੈਕਟ ਦੇ ਸੈਕਸ਼ਨਲ ਦ੍ਰਿਸ਼? ਉਦਾਹਰਣ ਲਈ ਇਹ ਬਲੌਕ ਹੈ। ਮੇਰੇ ਕੋਲ ਜੋ ਹੈ ਉਸ ਨੂੰ ਬਲੌਕ ਕਰੋ। ਮੈਂ ਇੱਕ ਪੂਰਾ ਸੈਕਸ਼ਨਲ ਦ੍ਰਿਸ਼ ਜੋ ਉਸ ਵਿੱਚੋਂ ਲੰਘਦਾ ਹੈ ਨੂੰ ਲੈਣਾ ਚਾਹਾਂਗਾ ਅਤੇ ਇਸ ਪਾਰਟ ਨੂੰ ਮੈਂ ਬਰਕਰਾਰ ਰੱਖਣਾ ਚਾਹਾਂਗਾ ਅਤੇ ਇਸ ਪਾਰਟ ਨੂੰ ਹਟਾਓ। ਅਜਿਹਾ ਕਰਦਾ ਹਾਂ, ਇਹ ਸਾਹਮਣੇ ਦ੍ਰਿਸ਼ ਅਤੇ ਟੋਪ ਦ੍ਰਿਸ਼ ਵਿੱਚ ਕਿਵੇਂ ਦਿਖਾਈ ਦਿੰਦਾ ਹੈ? ਟੋਪ ਦ੍ਰਿਸ਼ ਵਿੱਚ ਅਸੀਂ ਪਲੇਨ ਦੀ ਸ਼ਲਾਘਾ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ, ਕੱਟ ਪਲੇਨ ਜਿੱਥੋਂ ਇਹ ਲੰਘ ਰਿਹਾ ਹੈ। ਇਸ ਲਈ ਟੋਪ ਦ੍ਰਿਸ਼ ਵਿੱਚ ਅਸੀਂ ਉਸ ਜਾਣਕਾਰੀ ਦੇ ਪੂਰੇ ਵੇਰਵੇ ਦਿਖਾਵਾਂਗੇ ਜਿਸ ਵਿੱਚ ਪਲੇਨ ਨੂੰ ਹਟਾਉਣ ਤੋਂ ਪਹਿਲਾਂ ਸ਼ਾਮਲ ਹੈ। ਹਟਾਉਣ ਤੋਂ ਬਾਅਦ ਇਹ ਦਿਸ਼ਾ ਦੇ ਆਧਾਰ ਤੇ ਸਾਈਡ ਵਿਊ ਜਾਂ ਸਾਹਮਣੇ ਦਾ ਦ੍ਰਿਸ਼ ਉਸ ਵਿੱਚ ਕਿਵੇਂ ਦਿਖਾਈ ਦਿੰਦਾ ਹੈ। ਇਸ ਲਈ ਹਟਾਉਣ ਤੋਂ ਬਾਅਦ ਕੋਈ ਵੀ ਹੈਸ਼ ਕੀਤੇ ਵੇਰਵੇ ਅਸੀਂ ਇਸ ਨੂੰ ਦਿਖਾਵਾਂਗੇ। ਪਲੇਨ ਦੀ ਜਾਣਕਾਰੀ ਦੇ ਨਾਲ ਪੂਰਾ ਵੇਰਵਿਆਂ ਅਸੀਂ ਇਸ ਨੂੰ ਦੂਜੇ ਦ੍ਰਿਸ਼ ਵਿੱਚ ਦਿਖਾਉਂਦੇ ਹਾਂ। ਤਾਂ ਆਓ ਅਸੀਂ ਸੋਲਿਊਸ਼ਨ ਵੇਖੀਏ। ਇਸ ਲਈ ਇੱਥੇ ਅਸੀਂ ਇਹ ਸਾਰੇ ਵੱਖੋ ਵੱਖਰੇ ਵਿਚਾਰ ਦਿਖਾ ਰਹੇ ਹਾਂ। ਟੋਪ ਦ੍ਰਿਸ਼ ਵਰਗਾ ਕੁਝ, ਸੈਕਸ਼ਨਲ ਸਾਹਮਣੇ ਦ੍ਰਿਸ਼ ਵਰਗਾ ਕੁਝ, ਕੁਝ ਅਜਿਹਾ, ਲੈਫਟ ਹੈਂਡ ਸਾਈਡ ਦਾ ਸੈਕਸ਼ਨਲ ਦ੍ਰਿਸ਼। ਇਹ ਕਿਵੇਂ ਦਿਖਾਈ ਦਿੰਦਾ ਹੈ? ਇਸ ਲਈ ਇਸ ਤਰੀਕੇ ਨਾਲ ਇਹ ਸਾਹਮਣੇ ਦੇਖਣ ਦੀ ਦਿਸ਼ਾ ਹੈ। ਇਹ ਸਿਖਰ ਦ੍ਰਿਸ਼ ਦਿਸ਼ਾ ਹੈ। ਟੋਪ ਦ੍ਰਿਸ਼ ਵਿੱਚ ਜੇਕਰ ਅਸੀਂ ਓਬਜੈਕਟ ਦੀ ਰਿਪਰੈਜ਼ੈਂਟ ਕਰ ਰਹੇ ਹਾਂ, ਪੂਰੇ ਵੇਰਵੇ ਜੋ ਅਸੀਂ ਦੇਖ ਸਕਦੇ ਹਾਂ, ਸਾਡੇ ਕੋਲ ਇੱਕ ਕੱਟ ਹੋਇਆ ਪਲੇਨ ਹੈ। ਅਸੀਂ ਇਸ ਨੂੰ ਹੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਡਾਇਮੈਂਸ਼ਨ ਸਪਸ਼ਟ ਤੌਰ ਤੇ ਅਸੀਂ ਦਿਖਾਵਾਂਗੇ। ਲੁਕੀਆਂ ਲਾਈਨਾਂ ਸਪਸ਼ਟ ਤੌਰ ਤੇ ਦਿਖਾਈ ਦਿੰਦੀਆਂ ਹਨ ਕਿਉਂਕਿ ਟੋਪ ਦ੍ਰਿਸ਼ ਵਿੱਚ ਅਸੀਂ ਸੈਕਸ਼ਨ ਨੂੰ ਨਹੀਂ ਹਟਾਇਆ ਹੈ, ਪਰ ਸੈਕਸ਼ਨ ਅਸੀਂ ਤੇ ਇਸ ਨੂੰ ਲਾਗੂ ਕਰਦੇ ਹਾਂ। ਸਾਹਮਣੇ ਦਾ ਦ੍ਰਿਸ਼ ਸੈਕਸ਼ਨਲ ਸਾਹਮਣਾ ਦ੍ਰਿਸ਼ ਕੋਈ ਵੀ ਡੈਸ਼ਡ ਲਾਈਨਾਂ ਨਹੀਂ ਦਿਖਾਉਣੀਆਂ ਚਾਹੀਦੀਆਂ। ਅੰਦਰੂਨੀ ਤੌਰ ਤੇ ਇਹ ਡੈਸ਼ਡ ਲਾਈਨਾਂ ਜਿਨ੍ਹਾਂ ਦੀ ਅਸੀਂ ਪ੍ਰਤੀਨਿਧਤਾ ਨਹੀਂ ਕਰਦੇ ਹਾਂ, ਇਹ ਇੱਕ ਨਿਰੰਤਰ ਲਾਈਨ ਵਾਂਗ ਬਾਹਰ ਆਉਂਦਾ ਹੈ ਅਤੇ ਸਮੱਗਰੀ ਪੋਰਸ਼ਨ ਦੇ ਅੰਦਰ ਹਟਾ ਦਿੱਤਾ ਜਾਂਦਾ ਹੈ ਤਾਂ ਜੋ ਸਾਡੇ ਕੋਲ ਉਹ ਹੈਸ਼ਡ ਲਾਈਨਾਂ ਹੋਣ। ਸਾਡੇ ਕੋਲ ਇਹ ਪੋਰਸ਼ਨ ਹੈ, ਉਸ ਪੋਰਸ਼ਨ ਦੇ ਅੰਦਰ ਸਮੱਗਰੀ ਨੂੰ ਹਟਾ ਦਿੱਤਾ ਜਾਂਦਾ ਹੈ। ਹੁਣ ਇਹ ਸੈਕਸ਼ਨਲ ਸਾਹਮਣਾ ਦ੍ਰਿਸ਼ ਹੈ ਅਤੇ ਇਹ ਲੈਫਟ ਹੈਂਡ ਸਾਈਡ ਦਾ ਦ੍ਰਿਸ਼ ਹੈ। ਉੱਥੇ ਦੁਬਾਰਾ ਸਾਡੇ ਕੋਲ ਇੱਕ ਪਲੇਨ ਹੈ ਜੋ ਉਸ ਵਿੱਚੋਂ ਲੰਘ ਰਿਹਾ ਹੈ। ਇਸ ਲਈ ਹਟਾਉਣ ਤੋਂ ਪਹਿਲਾਂ ਇਹ ਕਿਵੇਂ ਦਿਖਾਈ ਦਿੰਦਾ ਹੈ? ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਸਮੱਗਰੀ ਨੂੰ ਦਰਸਾਉਂਦੇ ਹਾਂ। ਧੰਨਵਾਦ।